ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਹੀ ਮਹਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ ਰਾਮ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧਪ ਜੀ ਪ੍ਰਾਣ ਮਨ ਭਾਣਾ ਰਾਮ ਜਿਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ਅੰਤਰਜਾਮੀ ਸੋ ਪ੍ਰਭ ਮੇਰਾ ਸਰਬ ਰਹਾ ਭਰਪੂਰੇ ਤਾਕੀ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਦ ਕੁਰਬਾਨਾ ਐਸਾ ਗੁਰ ਵੱਡ ਭਾਗੀ ਪਾਈਐ ਜਿਤ ਮਿਲਿਐ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖੇ ਉਤਰੈ ਹਰ ਸੰਤ ਧੂੜੀ ਨਿਤ ਨਾਪੈ ਰਾਮ ਹਰ ਧੂੜੀ ਨਹਾਈਐ ਪ੍ਰਭੂ ਧਿਆਈਐ ਬਾਹੁੜ ਜੋਨ ਨਾ ਆਈਐ ਗੁਰ ਚਰਣੀ ਲਾਗੇ ਬ੍ਰਹਮ ਭਉ ਭਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪੈ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਾਮ ਸਮੇਂ ਅਸੀਂ ਸਤਸੰਗ ਦੀਆਂ ਘੜੀਆਂ ਮਾਣ ਪਾ ਰਹੇ ਹਾਂ। ਮੋਸਟਲੀ ਸਾਡੇ ਦੀਵਾਨ ਵਰਚੁਅਲ ਹੁੰਦੇ ਨੇ ਪਰ ਬੜੇ ਲੰਬੇ ਸਮੇਂ ਬਾਅਦ ਸੰਗਤ ਦਾ ਕੁਝ ਰੂਪ ਦਿਸ ਰਿਹਾ ਹੈ। ਇਹਦਾ ਇੱਕ ਆਪਣਾ ਜਲਾਓ ਹੈ। ਸੋ ਜਿਵੇਂ ਜਿਵੇਂ ਦਾਤਾ ਤਰਸ ਕਰੇਗਾ ਆਉਂਦੇ ਦਿਨਾਂ ਦੇ ਵਿੱਚ ਹਾਲਾਤ ਸਾਜ਼ਗਾਰ ਹੋਣਗੇ। ਇਹ ਦਿਲੀ ਅਰਦਾਸ ਵੀ ਹੈ, ਇਹ ਸਾਡੇ ਅੰਦਰ ਦੀ ਆਸ ਵੀ ਹੈ ਤੇ ਮਾਲਕ ਦਾ ਸਾਡੇ ਤੇ ਤਰਸ ਤੇ ਪ੍ਰਸਾਦ ਵੀ ਇਹੀ ਹੋਏਗਾ। ਇਹੀ ਸਾਡੀ ਆਸ ਉਮੀਦ ਆ। ਖੈਰ, ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਹੁਣੇ ਸਮਾਂ ਬਣਿਆ ਗੁਰ ਸ਼ਬਦ ਵਿਆਖਿਆ ਦਾ।
ਜਿਸ ਵਿੱਚ ਸੋਹੀ ਰਾਗ ਦੀ ਰਚਨਾ ਛੰਤਾਂ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੈ। ਸ਼ਬਦ ਜੋ ਆਪਨੇ ਸਰਵਨ ਕੀਤਾ ਹੈ ਇਸ ਪਾਵਨ ਛੰਤ ਦੇ ਸ਼ੁਰੂਆਤੀ 2 ਪਦੇ ਨੇ। ਗੁਰੂ ਅਰਜਨ ਸਾਹਿਬ ਦੁਆਰਾ ਇਹ ਪਾਵਨ ਬਚਨ ਉਚਰਿਤ ਕੀਤੇ ਗਏ ਨੇ। ਇੱਕ ਪਦਾ ਬੀਤੇ ਕੱਲ ਵਿਚਾਰਿਆ ਸੀ, 2 ਨੰਬਰ ਬੰਦ ਤੋਂ ਅੱਜ ਅਸੀਂ ਵਿਚਾਰ ਅੱਗੇ ਤੋਰਾਂਗੇ। ਸਾਹਿਬ ਜੋ ਜ਼ਿਕਰ ਕਰ ਰਹੇ ਨੇ, ਐਸਾ ਗੁਰ ਵੱਡ ਭਾਗੀ ਪਾਈਐ, ਜਿਤ ਮਿਲਿਆ ਪ੍ਰਭ ਜਾਪੈ ਰਾਮ। ਆਪ ਅਕਸਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੀਤੇ ਕੱਲ ਵੀ ਆਲਮੋਸਟ ਵੈਰੀ ਕਲੋਜ਼ ਬਾਏ ਇਸ ਕਿਸਮ ਦਾ ਸੰਦੇਸ਼ ਸੀਗਾ, ਕਿਉਂਕਿ ਉਹਦੇ 'ਚ ਬਚਨ ਪੜ੍ਹ ਰਹੇ ਸੀ, ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਤਿਸ ਬਿਨ ਅਵਰ ਨਾ ਜਾਣਾ ਰਾਮ। ਅਤੇ ਪ੍ਰਮਾਣਿਤ ਰੂਪ ਵਿੱਚ ਅਸੀਂ ਕੁਝ ਗੁਰੂ ਗ੍ਰੰਥ ਸਾਹਿਬ 'ਚ ਬਚਨ ਵਿਚਾਰ ਰਹੇ ਸੀ, ਜਿਵੇਂ ਸਤਿਗੁਰ ਵੱਡਾ ਕਰਸਾਲਾ ਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਮਤਲਬ ਸਤਿਗੁਰੂ ਵੱਡਾ ਹੈ, ਬੇਅੰਤ ਹੈ, ਪੂਰਾ ਹੈ। ਕਿਤੇ ਉਸਨੂੰ ਸੱਚਾ ਕਿਹਾ ਗਿਆ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਉਹ ਤਾਂ ਬਿਲਕੁਲ ਜਿਹਨੂੰ ਕਿਹਾ ਗਿਆ ਕਿ ਪਰਫੈਕਟ ਆ, ਮਤਲਬ ਗੁਰੂ ਨਾਮ ਇਜ਼ ਨੇਮ ਆਫ ਪਰਫੈਕਸ਼ਨ, ਬਿਲਕੁਲ ਜਿਹਦੇ 'ਚ ਕੋਈ ਕਮੀ ਖਾਮੀ ਨਹੀਂ ਹੈ। ਫਿਰ ਇਹੋ ਜਿਹਾ ਪਰਫੈਕਟ ਮਾਸਟਰ ਜਿਹੜਾ ਕੰਪਲੀਟ ਮਾਸਟਰ ਆ, ਉਹ ਸਾਨੂੰ ਮਿਲ ਜਾਏ ਸਾਡੇ ਜੀਵਨ ਲਈ, ਸਾਡੇ ਜੀਵਨ ਦੀ ਇੱਕ ਜਿਹਨੂੰ ਕਹਿ ਲਓ ਕਿ ਲੀਡ ਕਰਨ ਵਾਸਤੇ, ਜੀਵਨ ਨੂੰ ਗਾਈਡ ਕਰਨ ਵਾਸਤੇ, ਜੀਵਨ ਨੂੰ ਸੇਧ ਦੇਣ ਵਾਸਤੇ। ਮੈਂ ਇੱਕ ਸਕਾਟ ਦੇ ਤੌਰ 'ਤੇ ਗੱਲ ਕਰ ਰਿਹਾ ਸੀਗਾ, ਜਿਹੜਾ ਅਗਾਂਹ ਵੇਖਣ ਦੀ ਸਾਨੂੰ ਜਾਚ ਸਿਖਾਉਂਦਾ ਆ, ਜਿਹੜਾ ਸਾਨੂੰ ਐਸਕਾਟ ਕਰਦਾ ਆ ਪ੍ਰੋਪਰਲੀ, ਉਸ ਕਿਸਮ ਦੀ ਬਾਤ ਹੋ ਰਹੀ ਸੀ। ਗੁਰੂ ਮਹਾਰਾਜ ਬਿਆਨ ਕਰਦੇ ਕਿ ਜਦੋਂ ਇਹ ਚੀਜ਼ ਬੰਦੇ ਦੇ ਜੀਵਨ ਦੇ ਵਿੱਚ ਉਸ ਨੂੰ ਅਪੀਲ ਕਰਦੀ ਹੈ, ਇੰਝ ਕਹਿ ਲਓ ਉਹਦਾ ਕੋਈ ਭਾਗ ਜਾਗਿਆ। ਮਤਲਬ ਤੁਸੀਂ ਕਿਸਮਤ ਕਹਿ ਸਕਦੇ ਹੋ, ਮੁਕੱਦਰ ਕਹਿ ਸਕਦੇ ਹੋ, ਕੋਈ ਪੁਰਬਲਾ ਸੰਸਕਾਰ ਕਹਿ ਸਕਦੇ ਹੋ। ਵੀ ਹੈਵ ਸੋ ਮੈਨੀ ਨੇਮਸ ਫॉर ਓਨਲੀ ਐਕਚੁਅਲੀ ਜਿਹੜੀ ਇੱਕ ਖਾਸ ਕਰਕੇ ਚੀਜ਼ ਹੁੰਦੀ ਹੈ। ਇਹਦੇ ਬਾਬਤ ਇਸ ਤਰ੍ਹਾਂ ਵੀ ਜਾਣ ਲਿਆ ਜਾਏ ਕਿ ਬੰਦਾ ਸ਼ਿਕਾਇਤ ਵੀ ਕਰ ਸਕਦਾ ਹੈ। ਬੜੇ ਲੋਕ ਸ਼ਿਕਾਇਤ ਕਰਦੇ ਨੇ, ਮੇਰੀ ਕਿਸਮਤ ਬੜੀ ਮਾੜੀ ਹੈ, ਮੇਰੇ ਤੇ ਭਾਗਾਂ 'ਚ ਨਹੀਂ ਲਿਖਿਆ ਜੀ, ਮੇਰੇ ਤੇ ਜਿਹੜਾ ਹੈ ਮੁਕੱਦਰ ਹੀ ਮਾੜਾ ਜੀ, ਕੀ ਕੀਤਾ ਜਾਏ। ਇਹ ਅਕਸਰ ਨਾਪ ਤੋਲ ਸਾਡਾ ਬੜਾ ਇਸ ਤਰ੍ਹਾਂ ਦਾ ਹੁੰਦਾ, ਜਿਹੜਾ ਬੜਾ ਸੁਪਰਫਿਸ਼ੀਅਲ ਜਿਹਾ ਹੈ, ਜਿਹਨੂੰ ਅਸੀਂ ਗੰਭੀਰ ਲੈਵਲ 'ਤੇ, ਬੜੇ ਗਹਿਰੇ ਲੈਵਲ 'ਤੇ ਕਿਤੇ ਨਾਪਦੇ ਤੋਲਦੇ ਨਹੀਂ ਹੈਗੇ। ਜ਼ਿਆਦਾਤਰ ਸੰਸਾਰਕ ਪ੍ਰਾਪਤੀ ਦੇ ਨਾਲ ਸਾਡਾ ਮੁਕੱਦਰ, ਸਾਡੀ ਕਿਸਮਤ, ਸਾਡਾ ਸਭ ਕੁਝ ਜੁੜ ਜਾਂਦਾ ਹੈ। ਨੋ ਡਾਊਟ ਜੇ ਉਸ ਪਰਮਾਰਥੀ ਹਸਤੀ ਦੀ ਇਹ ਨਵਾਜਿਸ਼ ਆ, ਅਸੀਂ ਸ਼ਬਦ ਪੜ੍ਹਦੇ ਹਾਂ, ਆਸਣ ਲੋਏ ਲੋਏ ਭੰਡਾਰ, ਇਹ ਕਿਸੇ ਹੋਰ ਨੇ ਤੇ ਪਾਏ ਨਹੀਂ ਗਏ। ਜੋ ਆਪ ਆਸਣ ਲਾ ਕੇ ਬੈਠਾ ਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਜਿਹਨੇ ਆਪ ਕੁਦਰਤ ਸਜਾਈ, ਉਹ ਆਪ ਹੀ ਕੁਦਰਤ 'ਚ ਆਸਣ ਲਾ ਕੇ ਬੈਠਾ। ਤੇ ਉਹਦਾ ਆਪਣਾ ਤਰਸ ਆ, ਜਦੋਂ ਤਰਸ ਦੇ ਘਰ ਵਿੱਚ ਆਉਂਦਾ ਹੈ, ਇੱਕ ਨਿਹਾਲੀ ਪੈ ਸਵਣ, ਇੱਕ ਉੱਪਰ ਰਹਿਣ ਖੜੇ। ਕਈਆਂ ਨੂੰ ਮਤਲਬ ਜੇ ਆਪਾਂ ਖਾਸ ਕਰਕੇ ਇਸ ਸਿਨੈਰੀਓ 'ਚ ਦੇਖੀਏ ਕਿ ਮੁਲਕ ਦਾ ਪ੍ਰਾਈਮ ਮਿਨਿਸਟਰ ਆ, ਉਹ ਜਿੱਥੇ ਰਹਿੰਦਾ ਆ, ਜਿੱਥੇ ਸੌਂਦਾ ਆ, ਉਹਦੇ ਆਲੇ ਦੁਆਲੇ ਪੁਲਿਸ ਫੋਰਸ ਵਾਲੇ ਪਹਿਰੇ ਦਿੰਦੇ ਨੇ। ਉਹ ਸੁੱਤਾ ਪਿਆ, 10 ਬੰਦੇ ਜਾਗ ਰਹੇ ਨੇ ਉਹਦੇ ਕੋਠੀ ਦੇ ਆਲੇ ਦੁਆਲੇ, ਉਹਦੇ ਮਕਾਨ ਦੇ ਆਲੇ ਦੁਆਲੇ। ਇਹ ਕੀ ਹੈ? ਬੰਦੇ ਤੇ ਉਹ ਵੀ ਨੇ, ਉਸੇ ਮਿੱਟੀ ਦੇ ਬਣੇ ਨੇ। ਹੋ ਸਕਦਾ ਇੱਕੋ ਸਕੂਲ 'ਚ ਹੀ ਪੜ੍ਹੇ ਹੋਣ ਕਿਤੇ, ਇਹ ਵੀ ਹੋ ਸਕਦਾ ਹੈ ਇੱਕੋ ਈਅਰ ਦੇ ਬੌਰਨ ਹੋਣ। ਮਤਲਬ ਇਹ ਸਭ ਚੀਜ਼ਾਂ, ਪਰ ਫਿਰ ਇਹ ਕਿਸ ਲੈਵਲ 'ਤੇ, ਕਿਸ ਲੈਵਲ 'ਤੇ ਹੈ ਤੇ ਕੁਦਰਤ ਦਾ ਇੱਕ ਆਪਣਾ ਨਵਾਜ਼ਿਸ਼। ਬੰਦਾ ਫਿਰ ਕਹਿੰਦਾ ਵੀ ਗੱਲ ਤੇ ਹੈ ਨਾ ਕੁਝ ਡਿਫਰੈਂਟ। ਫਿਰ ਇਹਨੂੰ ਕਈ ਵਾਰੀ ਮਿਸਟਰੀ 'ਚ ਵੀ ਲੋਕ ਕਹਿੰਦੇ ਵੀ ਬੜਾ ਮਿਸਟਿਕ ਜਿਹਾ ਮਸਲਾ ਹੈ, ਇਹ ਬੜਾ ਰਹੱਸਮਈ ਹੈ। ਵੀ ਸਪੋਜ਼ ਇਹਨਾਂ ਮੁਲਕਾਂ 'ਚ ਅਸੀਂ ਸਿੱਧੇ ਤੌਰ 'ਤੇ ਵੇਖ ਲੈਂਦੇ ਹਾਂ ਵੀ ਜਿਹੜਾ ਮੈਡੀਕਲ ਸਿਸਟਮ ਆ, ਸਪੋਜ਼ ਕਰੋ ਇੱਕੋ ਹੌਸਪੀਟਲ ਵਾਰਡ ਦੇ ਵਿੱਚ ਇੱਕੋ ਡਾਕਟਰ ਜਾਂ ਦਾਈ ਦੀ ਜੋ ਦੇਖ ਰੇਖ ਦੇ ਵਿੱਚ ਇੱਕੋ ਸਮੇਂ 2 ਬੱਚੇ ਪੈਦਾ ਹੁੰਦੇ ਨੇ। ਇੱਕ ਬੱਚੇ ਦੀ ਪੈਦਾਇਸ਼ ਹੋਈ ਹੈ ਤੇ ਪੈਦਾਇਸ਼ ਹੋਣ ਦੇ ਨਾਲ ਹੀ ਉਹ ਮਿਲੀਨੀਅਰ ਹੋ ਗਿਆ, ਉਹਨੂੰ ਲਾਸਟ ਨੇਮ ਮਿਲਿਆ, ਫੈਮਿਲੀ ਨੇਮ ਮਿਲਿਆ, ਉਹ ਬੜਾ ਰਿਚ ਆ, ਬੜਾ ਅਮੀਰ ਆ।
सेम उसे वार्ड में उस समय के सेम नर्स डॉक्टर के हैल्प के नाल एक बच्चा होर पैदा होया। पैदाइश होंदियां नाल सोशल वर्कर को कॉल की गई है। क्यों? क्योंकि मॉम जी होमलैस आ, वो तो बेचारी आप स्ट्रीट बैगर आ, वो तो संभाल ही नहीं सकती। जे किते उहदे सीने का शीर भी उन्होंने मिलेगा थोड़ा बहुता, तो वह भी बैगिंग करके लोगों द्वारा दी गई जी है तरस करके मनी जी है वो टुकड़िया के विचों। मतलब ये इत्थे की कहांगे असीं फिर? तो बंदा कहे किस्मत है भाई, मुकद्दर है भाई, उस बच्चे ने तो कोई कर्म नहीं ना किया अजे, वो तो जी पैदाइश ही हुई है। उसनों तो जे दुनियादारी बारे ना उन्होंने बुराई का पता है ना अच्छाई का पता है, इस रूप में बात की जाती। पर ये जितना तुसी इसनों नैरो करके देखते हो तो जो रैशनल माइंड आ कई बार ये स्टक हो जाता है, जिन्होंने कहना चोक हो जाना। तो जो रैशनल माइंड बहुत चोक हो जाए ना, तो फिर बंदे च फ्रस्ट्रेशन बढ़ती है। इतों फिर फ्रस्ट्रेशन के विचों जिहड़ा अजकल असी बहुत वड्डे लैवल ते एक है, तो लंबे समय तो हिप्पी कल्चर भी ये एक रूट सीगा, एथिज्म फिनोमिना जिहड़ा आ, ये एक्चुअली बंदे का इंटलैक्ट चोक हो गया। बंदा कहता जो सब चीज़ों तुसीं कहंदे रब सब वेखदा अंतरजामी है, अफ्रीका च भुखे मरदे न्याणे नहीं दिसदे उन्होंने। तुसीं कहंदे हो तरस करने वाला, दया करने वाला है, ये फिर क्यों है? क्योंकि इंटलैक्ट के साइड लैवल ते इंस्टेंट आंसर चाहिए, इंस्टेंट सोल्यूशन चाहिए। जिहड़ा वड्डा मदर नेचर का ला आ, हुक्म जिन्हों असीं कहने आ, ਉਹਦੀ समझ वास्ते सब तो पहली चीज़ जिहड़ा बेसिक रूल आ वो पता की है? पेशेंस। साडे घर ते कहा गया सहज पकै सो मीठा होए। किसी एवोल्यूशन है सारा, ये चीज़ां इवॉल्व होईयां ने। है आसन लोए लोए भंडार, वो इस सारे विच आप ही आसन ला के बैठा है। तुसी मतलब बंदा spirituality, what is spirituality exactly? If we try to say in that side, try to go in that side. पानी का गिलास भरिया पे तुहाडे सामने, बंदा कहे इट्स लाइफ। दूजा बंदा जे थोड़ा जिहा रैशनल माइंड होए तो कहे इट्स नॉट लाइफ, इट्स जस्ट वाटर। भाई है तो वाटर, पर इनू 2 घुट भरेगा तो अंदर तेरे जाएगा, जिवें मेटाबॉलिज्म दे अपना रूप वटाएगा, तेरे ब्लड दे विच ऑक्सीजन का लैवल बन के जिंदगी बन जाएगा। यही तो एक्चुअली एक सारे की सारी करामात है। मिट्टी है रूप वटाउंदी है, की तो की बना देंदी है, पर है एवोल्यूशन। ये बाबत साइंटिफिक वर्ल्ड दे विच काफ़ी कुछ रिसर्च आई, डिस्कवरी हुई, बहुत सारिया चीज़ां जिन्होंने असीं मान के खुशी भी महसूस करते हैं। पर अनफॉर्चुनेटली जितना ज़्यादा रिसर्च वर्क डिस्कवरी सब चीज़ां हुई, सुखां दे साधन वधे, कुछ कंफर्ट जोन वधी बंदे दी, पर जिहड़ी मानसिक भटकना है वो नहीं घटी, वो बल्कि होर वध गई है। तो अज जो उस लैवल ते असीं खड़े हाँ, असीं नॉर्थ अमेरिका च रह रहे हैं, टोरंटो वर्गे शहर च रह रहे हैं। असीं तुसीं 10-12 मिनट की ड्राइव करो इस गुरुद्वारा साहब की बिल्डिंग तो आले दुआले, किसी फार्मेसी, किसी ड्रग मार्ट, शॉपर ड्रग, किते चले जाओ, मतलब एडी जिड्डी बिल्डिंग साडी है, ये नेड़े तेड़े बिल्डिंग पूरे दी पूरी दवाइयां की भरी मिल जाएगी तुहानूं, कोई कमी थोड़ा। इत्थे 2-3 मिनट की ड्राइव के उत्ते मतलब दुनिया की बेस्ट फैसिलिटी जिहड़ा हॉस्पिटल अपने आप में रखता है, हो जा हॉस्पिटल मौजूद आ। पर यह सब होने के बावजूद भी इस खिते दे विच नो डाउट फिजिकल चैलेंजिस भी हैगे ने, फिजिकल बीमारियां भी हैगियां ने, सब चीज़ां ने, पर जिहड़ी सब तो वड्डी चीज़ आ वो पता की है? मैंटल हैल्थ। असी क्राइसिस च आ। डाटा ये कह रहा है हर एक 5th नॉर्थ अमेरिकन, कला कैनेडियन नहीं, नॉर्थ अमेरिकन मैंटली सिक है, मानसिक तौर पर बीमार है। हुण इसनूं इस तरह कह लो कि जे हर एक 5वां मानसिक तौर पर चैलेंज विच है किसी न किसी, तो मनना पेगा एटलीस्ट हर एक हाउस होल्ड 1 परसन तो कैरी कर रहा है। सो इहो जे हालातां नूं नजिठण वास्ते दवाइयां सफिशिएंट नहीं हैगियां। भाई उन्होंने कोल तो बड़ा फार्माकोलॉजिकल मॉडल तो बड़ा तगड़ा बनाया उन्होंने, भाई वो कोई सफिशिएंट मॉडल नहीं है।
रीज़न की है? रीज़न ये है बंदे कोई भी बीमारी होएगी किते रूट्स तो होणगे ना ਉਹਦੇ, मतलब कोई बूटा उगदा है, रैशनल माइंड च आ जाने आप, ਉਹਦੀਆਂ जड़ां ਹੁੰਦੀਆਂ ने। ਜਿਹੜਾ ਬੰਦਾ जड़ां ਦੀ ਬਿਮਾਰੀ ਨੂੰ ਪੱਤਿਆਂ ਨਾਲ ट्रीट करना चाहे नहीं होएगा कभी भी। हाँ, जड़ां ਦੇ ਉੱਤੇ ਜਾਣਾ ਪਏਗਾ। जिन्नी साडी माइंड गेम आ, ਜਿਹਨੂੰ ਅਸੀਂ माइंड साइड तो मिजरी कहने आ, मैडनैस कहने हैगे आ, ये सारे का रूट कित्थे पिया आ? साडे अनकॉन्शियस माइंड च। अनकॉन्शियस माइंड दे विच कोई इंजैक्शन नहीं लगता ना, कोई गोली नहीं जाती, कोई दवाई नहीं जाती ना, कोई साडी बाहर दी दुनिया का मैडिकल ट्रीटमेंट नहीं काम करता। उत्थे तो कोई ख्याल ही पुंगरदा आ, विचार ही जांदा आ, कोई मंत्र ही जांदा आ, कोई शब्द ही जांदा आ, ओदा ही जोर आ, होर कोई जोर नहीं गा। इस एहसास से जो बंदा आ जाए ना, तो फिर बंदे नूं सही रूप में चीज़ां थोड़ियां समझ आउंदियां ने। मैं जिहड़ी विनती कर रहा, किस्मत नूं, मुकद्दर नूं, भाग नूं सिर्फ बहरूनी प्राप्ति नाल देखांगे तो साडी बड़ी सुपरफिशियल अंडरस्टैंडिंग इहदे बारे। जदों असीं बाणी च पढ़दे हां, देखो आपने एक शब्द शायद कितनी बारी सुनिया होएगा, सब जिक्र करदे वड भागी हर संगत पावै। हुण गुरु साहब ये सुपरफिशियल अंडरस्टैंडिंग नहीं दे रहे किस्मत की, महाराज बड़ी गहरी बात कह रहे हैं। बाबा जी कहते दुख सुख नो डाउट इस संसार में रहिंदियां होया किसी कोल वध हुंदा, किसी कोल घट हुंदा, ते इहदे बाबत असीं थोड़ी बहुती साडे च एनवी भी हुंदी है, जैलस भी हुंदा है, ईर्खा भी हुंदी है, थोड़ी बहुती एयरनिंग भी हुंदी, इच्छा बहुत तमन्ना भी हुंदी है, सब चीज़ां हुंदियां ने। पर जदों डीप लैवल ते जावांगे तो फिर पता लगेगा कि आखिरकार तो एक जर्नी है, सफ़र आ, तो इस सफ़र दे विच किसी ने बहुत ज़्यादा खा लिया, किसी ने थोड़ा घट खा लिया, किसी ने बहुत महंगे कपड़े पा ले, किसी ने थोड़े घट महंगे पा ले, किसी ने बहुत हाई एंड दियां गड्डियां ड्राइव कर लिया, किसी ने थोड़ियां घट लैवल ते ड्राइव कर लियां। इस चीज़ां जिहड़ियां ने बहुत ज़्यादा मायने नहीं रखदियां। मायने किहड़ी चीज़ रखदी है? ये जर्नी दे विच बंदे दा अपना बिहेवियर, विहार, किरदार, जिहड़ा उहदा पूरी शख्सियत ते परसोना वो किवें चलिया। मतलब ऐसा ना होए भावें बिना शक राजे की पोजीशन विच ही बैठा आ, पर हालत यह है ना आप कोई सुख मान पा रहा, ना आले दुआले नूं सुख कोई वंड पा रहा। आप मैनू सरल कर देना वा, साडे गवांढ दे विच जिहड़ा हैगा सदਰਨ साइड नूं साउथ ऑफ द बॉर्डर इलैक्शन होया, इलैक्शन तो बाद थोड़ा मसला चलता रहा। जनवरी 23, 24, 25 या फैबरवरी के पहले एक हफ्ते तो ला लो, उस तो बाद तो लैके मार्च ऑलमोस्ट क्रॉस हो करन दे नेड़े है। मेरा ख्याल तुसीं न्यूज़ साइट्स जाके देखियो, न्यूज़ पेपर पढ़ के देखियो, बाजे दिन ऐसे भी होणगे जिहदे विच प्रेजिडेंट वर्ड जिहड़ा है कवर ही नहीं होएगा, वाइट हाउस ही कवर नहीं होएगा। हफ्ता ही होएगा जिस हफ्ते ट्विटर का कोई जिक्र नहीं होएगा। पर इस तो थोड़ा पिछे चले जाओ तो 4 साल का सफ़र देखो। मतलब हालत यह है कि एक अजीब तरह का तूफान चल रहा, कुछ कड्ढण नूं नहीं, कुछ पाण नूं नहीं, कुछ लैण नूं नहीं, कुछ देण नूं नहीं, एक अजीब तरह की हालत, जिस हालत करके कोई भी सुखी नहीं गा। आप बीते कल भी विचार रहे थे, अंधकार सुख कबू न सोई है, राजा रंक दो मिल रोई है। जिहड़ी अज्ञानता आ ये बंदे नूं बहुत दुख देंदी है, बहुत परेशान करती है, अपने लिए भी तो दूजियां लिए। किस्मत उत्थे सरबुलंद हुंदी है जिथे बंदे नूं जिउण दी जाच होए। तो जिउण दी जाच का मतलब समझे आप जे समझिए तो गुरबाणी मुताबक उन्होंने हसण की भी जाच होए, उन्होंने रोण की भी जाच होए, उन्होंने बोलण की भी जाच होए, उन्होंने चुप रहण की जाच भी होए, उन्होंने तुरन की जाच भी होए, उन्होंने खलोण की जाच भी होए, उसनूं संसार दे किसी का भला करन की जाच भी, अपना भला कराण की जाच भी होए। ये जाच है सारी। जिथे किते जाच थिड़क गई, किते हसना चाहेगा या वो हासा अपने लिए दुख क्रिएट करेगा या किसी लिए क्रिएट करेगा, किते रोना चाहेगा अपने लिए अंबैरसमेंट क्रिएट करेगा, किसी लिए क्रिएट करेगा। ये सब चीज़ां जिहड़ियां ने इन्हां सारियां तो किवें बचिया जाए? इन्हां सारियां तो बचाउंदी है जी संगत, क्योंकि जिहदा इन्फ्लुएंस, जिहदा प्रभाव साडे उत्ते सीधे तौर पर पैंदा आ। साहब कहते वड भागी हर संगत पावै।
ਜਦੋਂ ਕਿਤੇ ਭਾਗ ਚੰਗੇ ਹੋਣ। ਹੁਣ ਤੇ ਬਹੁਤ ਸਿੰਪਲ ਲੈਵਲ ਤੇ ਲੋਕੀ ਗੱਲਾਂ ਸਮਝਦੇ ਨੇ। ਮਤਲਬ ਪਹਿਲਾਂ ਹੁੰਦਾ ਸੀਗਾ ਇੱਕ ਸਮਾਜ ਜਿਹਦੇ 'ਚ ਕਿਸੇ ਬੱਚੇ ਨੂੰ ਵੇਖ ਕੇ ਲੋਕੀ ਸਲਾਹੁੰਦੇ ਸੀਗੇ, ਓ ਵਾਓ ਇਹਦੀ ਸ਼ਕਲ ਬੜੀ ਪ੍ਰੀਟੀ ਹੈ, ਇਹਦਾ ਰੰਗ ਰੂਪ ਬੜਾ ਗੋਰਜੀਅਸ ਆ। ਇਸ ਕਿਸਮ ਦੇ ਨਾਲ ਹੌਲੀ ਹੌਲੀ ਪਤਾ ਲੱਗਾ ਰੇਸ, ਸ਼ਕਲ, ਸੂਰਤ, ਅੱਖਾਂ, ਮੂੰਹ, ਨੱਕ ਇਹ ਬਹੁਤੇ ਮਾਇਨੇ ਨਹੀਂ ਰੱਖਦੇ। ਕੱਦ ਕਾਠੀ, ਲੰਮੀ ਉੱਚੀ ਇਹ ਵੀ ਬਹੁਤੇ ਮਾਇਨੇ ਨਹੀਂ ਰੱਖਦੀ। ਉਹਦਾ ਬਹੁਤ ਜ਼ਿਆਦਾ ਇੰਟੈਲੀਜੈਂਟ ਹੋਣਾ, ਲੈਸ ਇੰਟੈਲੀਜੈਂਟ ਹੋਣਾ ਵੀ ਮਾਇਨੇ ਨਹੀਂ ਰੱਖਦਾ। ਮਾਇਨੇ ਕੀ ਰੱਖਦਾ ਆ? ਸੰਸਕਾਰ ਕਿਹੋ ਜਿਹੇ ਨੇ ਇਹਦੇ। ਜੇ ਕੋਈ ਬੱਚਾ ਚੰਗਾ ਬਿਹੇਵ ਕਰੇ, ਲੋਕੀ ਕਹਿੰਦੇ ਓ ਵਾਓ ਇਟਸ ਹੀ ਔਰ ਸ਼ੀ ਇਜ਼ ਵੈਲ ਰੇਜ਼ਡ ਕਿਡ, ਇਹ ਬੜਾ ਵਧੀਆ ਬੱਚਾ ਆ, ਇਹਦਾ ਲਾਲਨ ਪਾਲਨ ਬੜਾ ਵਧੀਆ ਹੋਇਆ ਆ। ਕਾਰਨ ਕਿਉਂਕਿ ਕੁਝ ਇਹੋ ਜਿਹੀਆਂ ਜਾਚਾਂ ਨੇ, ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ 'ਚ ਰਿਫਲੈਕਟ ਕਰਦੀਆਂ ਨੇ, ਜਿਹੜੀ ਖੁਸ਼ਬੂ ਫੈਲਾਉਂਦੀਆਂ ਨੇ। ਹੁਣ ਇਸ ਰੂਪ ਨੂੰ ਗੁਰੂ ਮਹਾਰਾਜ ਕਹਿੰਦੇ ਇਹ ਤੇ ਸੰਗਤ ਵਿੱਚੋਂ ਆਏਗਾ। ਤੇ ਸੰਗਤ ਫਿਰ ਦੇਖਣਾ ਗੁਰੂ ਸੰਗਤ ਵਿੱਚ ਹੀ ਵਰਤਦਾ ਆ। ਤੇ ਸੰਗਤ ਦਾ ਮਾਇਨਾ ਗੁਰੂ ਸਾਹਿਬ ਨੇ ਇਤਨਾ ਸੋਹਣੇ ਢੰਗ ਨਾਲ ਸਮਝਾਇਆ। ਅਸੀਂ ਸ਼ਬਦ ਪੜ੍ਹਦੇ ਹਾਂ, ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਨਾਮ ਹੀ ਹੁਕਮ ਹੈ। ਚੀਜ਼ ਨੂੰ ਇਹ ਸਹੀ ਪਰਸਪੈਕਟਿਵ ਵਿੱਚ ਸਮਝਣ ਦੀ ਜਾਚ ਸਿਖਾ ਦੇਣੀ। ਅਦਰਵਾਈਜ਼ ਕੀ ਹੁੰਦਾ, ਜਿਵੇਂ ਸਪੋਜ਼ ਸਰਲ ਕਰ ਲਿਆ ਜਾਵੇ, ਪਹਿਲਾਂ ਬਾਤ ਕੀਤੀ, ਅੱਜ ਕੱਲ੍ਹ ਚੋਕ ਹੋ ਗਿਆ ਬਹੁਤਾ ਹਿੱਸਾ ਸਾਡੇ ਸਮਾਜ ਦਾ, ਇਤਨਾ ਜ਼ਿਆਦਾ ਰੈਸ਼ਨਲ ਮਾਈਂਡਡ ਹੋ ਗਿਆ। ਮਤਲਬ ਬੱਚੇ ਤੇ ਮੈਂ ਤੇ ਦੇਖਦਾ ਆ, ਮੈਡੀਕਲ ਪ੍ਰੋਫੈਸ਼ਨਲਸ ਕੋਲ ਗਏ, ਉਹਨੇ ਦਵਾਈ ਲਿਖਤੀ, ਦਵਾਈ ਲੈ ਆਂਦੀ, ਖਾਣੀ ਨਹੀਂ, ਕਿਉਂ? ਪਹਿਲਾਂ ਗੂਗਲ ਨੂੰ ਪੁੱਛਣਾ ਹੈ ਵਾਟ ਟੂ ਸੇ। ਹੁਣ ਉਹਦੇ ਵਿੱਚ ਇਹ ਹੈ ਕਿ ਉਹਨਾਂ ਨੇ ਸਾਰਾ ਕੁਝ ਆਪਣਾ ਕਵਰ ਕੀਤਾ ਆ, ਉਹਨਾਂ ਨੇ ਉਹਦੇ ਵਿੱਚ ਉਹਦੇ ਸਾਈਡ ਇਫੈਕਟ ਵੀ ਪਾਏ ਆ, ਦੂਜੇ ਤੀਜੇ ਪਾਇਆ, ਉਹ ਸਾਰਾ ਕੁਝ ਉਹ ਸਾਰਾ। ਹੁਣ ਬੱਚੇ ਦਾ ਮਾਈਂਡ ਰੈਸ਼ਨਲ ਤੇ ਮਾਈਂਡ ਤੇ ਇੰਨਾ ਕੀ ਹੈਗਾ, ਹੁਣ ਉਹ ਜਦੋਂ ਸਾਰਾ ਕੁਝ ਬਲੈਕ ਐਂਡ ਵਾਈਟ 'ਚ ਦੇਖਿਆ, ਓ ਮਾਈ ਗੋਸ਼, ਡਾਕਟਰ ਤੇ ਦੁਸ਼ਮਣ ਹੈ ਮੇਰਾ। ਇਹਦੇ ਵਿੱਚ ਤੇ ਲਿਖਿਆ ਆ ਇਹਦੇ ਨਾਲ ਹੈਡਕ ਹੋ ਸਕਦੀ ਹੈ, ਇਹਦੇ ਨਾਲ ਆਹ ਸਾਈਡ ਇਫੈਕਟ ਹੋ ਸਕਦਾ, ਆਹ ਚੀਜ਼ ਹੋ ਸਕਦੀ ਹੈ। ਹੁਣ ਮਤਲਬ ਮੈਂ ਕਿਹਾ ਕਿ ਥਾਟ ਹੀ ਜਾਂਦਾ ਅਨਕੌਂਸ਼ੀਅਸ ਮਾਈਂਡ ਚਲਾ ਗਿਆ। ਉਹ ਬਾਈ ਚਾਂਸ ਉਹ ਮੈਡੀਸਨ ਲੈ ਲਈ, ਉਹਨੇ ਪਤਾ ਨਹੀਂ ਸਹੀ ਅਸਰ ਕਰਨਾ ਸੀ ਕਿ ਨਹੀਂ ਸੀ ਕਰਨਾ। ਹਾਂ, ਦੂਸਰੇ ਪਾਸੇ ਜ਼ਰੂਰ ਖਿਆਲ ਚਲਾ ਗਿਆ, ਹੈਡਕ ਹੋ ਰਹੀ ਹੈ, ਸਾਈਡ ਇਫੈਕਟ ਹੋ ਗਿਆ। ਇੱਥੋਂ ਆਹ ਚੀਜ਼ ਅਜੀਬ ਤਰ੍ਹਾਂ ਐਸਾ ਸਮਾਜ ਹੋ ਰਿਹਾ। ਇਹ ਜਿਹੜਾ ਸਮਾਜ ਹੈ ਜਿਹੜਾ ਬਹੁਤ ਜ਼ਿਆਦਾ ਰੈਸ਼ਨਲਿਸਟ ਹੋ ਰਿਹਾ ਨਾ, ਇਹ ਐਕਚੁਅਲੀ ਤਬਾਹ ਕਰਨੇ ਆ। ਬਲੀਵ ਵੀ ਕੋਈ ਚੀਜ਼ ਹੁੰਦੀ ਹੈ, ਵਿਸ਼ਵਾਸ ਵੀ ਕੋਈ ਚੀਜ਼ ਹੁੰਦਾ। ਜੇ ਬੰਦਾ ਦੇਖੋ ਤੁਸੀਂ ਅਰਦਾਸ ਪੜ੍ਹਦੇ ਆ ਆਪਾਂ, ਅਰਦਾਸ ਲਫ਼ਜ਼ ਦੇਖੋ ਕੈਸੇ ਪਾਏ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਫਿਰ 2 ਦਾਨ ਇਕੱਠੇ ਗਏ ਨੇ, ਵਿਸਾਹ ਦਾਨ, ਭਰੋਸਾ ਦਾਨ। ਵਿਸਾਹ ਕਰਨਾ, ਵਿਸ਼ਵਾਸ ਕਰਨਾ, ਵਿਸ਼ਵਾਸ ਨਾਲ ਹੀ ਜੀਵਨ ਚੱਲਦਾ ਆ। ਅਵਿਸ਼ਵਾਸੀ ਵਿੱਚ ਕਦੀ ਜੀਵਨ ਚੱਲੇਗਾ? ਤੇ ਵਿਸ਼ਵਾਸ ਨਾ ਹੈ ਰੱਬ ਦਾ, ਤੇ ਵਿਸ਼ਵਾਸ ਰੱਬ ਤੇ ਇੱਕ ਗੁਰੂ ਦੇ ਰੂਪ ਦੇ ਵਿੱਚ। ਤੇ ਗੁਰੂ ਨੇ ਐਸਾ ਮਤਲਬ ਜਲਵਾ ਦਿਖਾਇਆ ਆਪਣਾ, 10 ਜ਼ਿੰਦਗੀਆਂ ਲਾ ਕੇ ਗੁਰੂ ਕੈਸਾ ਹੁੰਦਾ ਆ ਇਹ ਵਿਖਾਇਆ ਗੁਰੂ ਸਾਹਿਬ ਨੇ। ਗੁਰੂ ਉਹ ਹੈ ਜਿਹਨੂੰ ਅਸੀਂ ਬਚਨ ਪੜ੍ਹਦੇ ਹਾਂ, ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੇ ਗੁਰ ਚਰਨ ਪਿਆਰੇ। ਕਿਆ ਭੂਲੇ ਮਾਰਗ, ਭੁੱਲ ਗਏ ਸਾਂ ਅਸੀਂ। ਲਿਖਿਆ ਹੋਏ ਗਿਆਨ ਜਗ੍ਹਾ ਜਗ੍ਹਾ ਦੇ ਉੱਤੇ, ਸ਼ਬਦ ਹੀ ਬ੍ਰਹਮ ਹੈ, ਸ਼ਬਦ ਦਾ ਪੱਲਾ ਫੜਨਾ। ਵਿਅਕਤੀ ਪੂਜਾ ਹੋਈ, ਪੱਥਰ ਪੂਜਾ ਹੋਈ, ਅਨੇਕਾਂ ਤਰ੍ਹਾਂ ਦੇ ਕਰਮ ਕਾਂਡ, ਹੋਰ ਪਤਾ ਨਹੀਂ ਕੀ ਕੁਝ। ਮਤਲਬ ਇਸ ਤੋਂ ਵੱਡੀ ਬਾਤ ਕੀ ਸਮਝ ਸਕਦੇ ਆ? ਗੁਰੂ ਮਹਾਰਾਜ ਨੇ ਬਿਆਨ ਕੀਤਾ, ਦੇਖ ਪਾਣੀ ਦੇ ਨਹਾਉਣ ਨਾਲ ਕੁਛ ਨਹੀਂ ਹੋਣਾ। ਅਸੀਂ ਸ਼ਬਦ ਪੜ੍ਹੀਏ ਤੇ ਬਚਨ ਇਹ ਹੈ ਕਿ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ। ਆਪ ਸੋਚ, ਰੈਸ਼ਨਲ ਹੈ ਨਾ, ਤਰਕ ਨਾਲ ਸੋਚਣਾ ਚੀਜ਼ਾਂ। ਕੱਪੜਿਆਂ ਦੇ ਵਿੱਚ ਬਾਡੀ ਆਰਡਰ ਚਲਾ ਜਾਏ, ਪਾਣੀ ਨਹੀਂ ਕੱਢਦਾ, ਸਾਬਣ ਚਾਹੀਦਾ ਹੈ। ਭਰੀਏ ਮਤ ਪਾਪਾਂ ਕੇ ਸੰਗ, ਸਮਥਿੰਗ ਇਜ਼ ਐਕਚੁਅਲੀ ਹੈਪਨਿੰਗ, ਸਮਥਿੰਗ ਯੂ ਆਰ ਕੈਰਿੰਗ, ਕੰਟੇਨਿੰਗ ਇਨ ਯੂਅਰ ਅਨਕੌਂਸ਼ੀਅਸ। ਉੱਤੇ ਕੰਮ ਕਿਵੇਂ ਕਰੇਗਾ? ਸਿੱਧੀ ਗੱਲ ਆ ਗਈ। ਫਿਰ ਕੋਈ ਇਹ ਗੱਲ ਕਰੇ ਕਿ ਬਾਬਾ ਜੀ ਤੁਸੀਂ ਐਵੇਂ ਕਿਵੇਂ ਕਹਿ ਸਕਦੇ ਹੋ? ਵਿਸ਼ਵਾਸ ਤੇ ਸਭ ਕੁਝ ਖੜਾ ਆ। ਜੇ ਮੇਰਾ ਵਿਸ਼ਵਾਸ ਹੈ ਕਿਸੇ ਰਿਲੀਜੀਅਸ
पिलग्रिम ते किसी स्थान ते किसी चीज़ दे विच, ते फिर हो भी सकता है। बाबा जी ने फिर तो क्या बात कही, बाबा जी कहते नावन चले तीर्थी मन खोटे तन चोर। पानी की करेगा गल्ला, जे विश्वास की गल करदा है तो विश्वास तो फिर यह भी है, मन मंदिर तन वेस कलंदर घट ही तीर्थ नावा। बाबा कबीर जी ने बयान किया, जे वाकया च विश्वास है तो फिर चेते रखी, जे तेन तीरथ ते रब दिसदा है, जे तेन मूर्त च रब दिसदा है, तो फिर तेरे आले दुआले तेरे अपने जर्रे जर्रे दे विच क्यों नहीं दिस रहा भाई। मतलब एक ऐसी आस्था च लियांदा, भुलियां नूं राह पाया, भटकियां नूं राह पाया। इस करके बंदा धर्म करदा है, धर्म का प्रभाव नहीं पैंदा। इस करके कई बारी जिहड़े एथिस्ट लोग वो कहंदे नो, वी हैव सीन सो मैनी people who are claiming they are religious, but if we try to understand or try to actually put them in a situation, they are way worse or bad compared to ordinary people. So we are actually good as atheists. We don't want to follow religious path at all. भाई गल ये है, उस स्कूल ऑफ थॉट नो प्रॉपरली फॉलो करके तो देखो जिहड़ा गुरु ने दस्सिया आ, जिन्हें भुलियां भटकियां नूं क्या होए ना रब माड़ा है ना रब का विचार माड़ा है। रब का एहसास जिहड़ा है उही बंदे नूं बचाउंदा, पूरियां करदा है। पर वो पूरा बंदा होएगा उदों जदों इस चीज़ नूं एक्सपीरियंस करेगा। आ हुण शब्द देखियो तुसीं, कोई समा जा रहा है, महाराज जिहड़ा बयान करते हैं बचन इस पावन पदे की प्रारंभता हो रही है। ऐसा गुरु वड भागी पाई है, किस्मत सर बुलंद होए तो इहो जिहे गुरु का पल्ला फड़न की जाच आउंदी है। जित मिलिया प्रभ जापै राम, जिद नाल मिलन दे नाल प्रभु जापदा आ। मतलब ये सपोज आपां नूं कोई चीज़ आपां वेखणी है किते सरफेस ते पई हुई, ਉਹਦੇ ਲਈ ਕੰਡੀਸ਼ਨ ਇਹ ਹੈ ਵੀ ਚਾਨਣ ਚਾਹੀਦਾ ਹੈ। ਚਲੋ ਚਾਨਣ ਵੀ ਲੈ ਆਓ, ਦੀਵਾ ਲੈ ਆਓ, ਟਾਰਚ ਲੈ ਆਓ, ਲਾਈਟ ਕੋਈ ਟਿਊਬ ਵਗੈਰਾ ਔਨ ਕਰ ਲਵੋ। ਹੁਣ ਅਗਲੀ ਕੰਡੀਸ਼ਨ ਕੀ ਹੈ, ਜਿਸ ਨੇ ਉਸ ਨੂੰ ਲੱਭਣਾ ਆ, ਦੇਖਣਾ ਆ, ਫੜਨਾ ਆ, ਉਹਦੇ ਕੋਲ ਅੱਖਾਂ ਚਾਹੀਦੀਆਂ ਨੇ। ਤੇ ਕੱਲੀਆਂ ਅੱਖਾਂ ਨਹੀਂ ਚਾਹੀਦੀਆਂ, ਅੱਖਾਂ ਦੇ ਵਿੱਚ ਰੌਸ਼ਨੀ ਵੀ ਚਾਹੀਦੀ ਆ, ਵਿਜ਼ਨ ਵੀ ਚਾਹੀਦਾ ਉਸ ਲੈਵਲ ਦਾ, ਉਸ ਚੀਜ਼ ਨੂੰ ਦੇਖ ਸਕੇ। ਜਿਹੜਾ ਗੁਰੂ ਹੈ ਇਹ ਸਾਨੂੰ ਵਿਜ਼ਨਰੀ ਬਣਾਉਂਦਾ ਆ। ਚੀਜ਼ਾਂ ਸਿਚੁਏਸ਼ਨ ਤੇ ਉਹੋ ਜਿਹੀ ਹੁੰਦੀ। ਮੈਂ ਮੈਂਟਲ ਹੈਲਥ ਦੀ ਗੱਲ ਕੀਤੀ, ਵਾਟ ਡਜ਼ ਮੈਂਟਲ ਹੈਲਥ ਮੀਨ ਐਗਜ਼ੈਕਟਲੀ? ਕੁਛ ਮਨ ਭਾਉਂਦੀ ਜੌਬ ਨਹੀਂ ਮਿਲੀ, ਬਸ ਇੰਨਾ ਬਹੁਤ ਆ, ਐਨਫ ਹੈ। ਆਪਣੇ ਆਪ ਨੂੰ ਕੋਸੀ ਜਾਣਾ, ਕਰੁੱਜੀ ਜਾਣਾ, ਆਪਣੇ ਆਪ ਨੂੰ ਤੰਗ ਕਰੀ ਜਾਣਾ, ਅੰਦਰ ਨੀਂਦ ਨਹੀਂ ਆ ਰਹੀ। ਕਿਸੇ ਨੇ ਕੁਛ ਕਹਿਤਾ, बस बहुत है ना। हुण की है, ये है भी भले बंदे तू की लभ रहा, आई एम लुकिंग फॉर पीस ऑफ माइंड, यू नो समथिंग इज बगिंग मी, समथिंग इज बॉदरिंग मी वेरी बैडली, व्हाट इज दैट? किसी ने मैनू आ गल कही सी, थॉट ने ना, forget about it, no I cannot leave, they are actually pushing me again and again, वो मेरे दिमाग से चल रहे ने। वो भले बंदे शांति ते पई है, सुख ते पिया आ, पर पकड़ च नहीं आ रहा। लगदा आ तेरी अख दे विच वो चीज़ नूं वेखण दी ताब नहीं गई। आई एम गिविंग हियर मैटाफोर, नॉट दिस अख, अकल दी अख दी गल हो रही है, जिन्होंने गुरु साहब ने बयान किया, ज्ञान अंजन गुर दिया, अज्ञान अंधेर विनाश। अख तो उही है, पर उस अख विच गुरु ने की किया, ज्ञान दी सुरम सलाई पा दी, सुरमा पा दिता, अंजन पा दिता। जिवें उसने कजला पाया, कह लो कि उहदे च कैसी दवाई पा दी। मतलब अकल सोचण दे तरीके नूं बदलना आ, तरतीब नूं बदलना आ। पर बहुत सारियां इस तरीके दी बयान करदा चीज़ां, जिवें सपोज एक सिंपल एग्जाम्पल देना है। सानू एक रीसेंटली एक बड़ी प्रोफैशनल लेडी है, तो बच्चियां दी रजिस्टेंस ते साडी ट्रेनिंग चल रही सी, क्योंकि रजिस्टेंस बड़ी वधिया चीज़ भी है पर बड़ी खतरनाक चीज़ भी है। खैर वो गल हुई कि वो कहती, फिर यहो जिहे लोग फिर अपन परसनल एग्जाम्पल्स दे के लोगों को समझाते। वो कहती कि मेरी बेटी है,
तो बचपन तो बस इक्को ही गल करी जानी, आई वांट टू बी एस्ट्रोनॉट, यू नो, आई वांट टू एक्चुअली राइड रॉकेट। इस तरीके दी गल्लां हो रही। असीं भी कहना ठीक है, वधिया आ। समा अपनी जाचे पास हुंदा गया। अराउंड 12-13 साल के नेड़े जांदियां तक काफ़ी चीज़ां क्लीयर होनियां शुरू हो गई। एक चीज़ क्लीयर हो गई कि इसनूं थोड़ी जी लर्निंग डिसेबिलिटी है। मतलब ये चाहे भी हार्ड वर्क भी करे, पर ये उस लैवल ते उन्हां बच्चों नाल कंपीट नहीं कर सकेगी जिहड़े हायर लैवल दे स्मार्ट हैगे ने। हुण एक दिन किते बात हो रही है तो उहदे कोर्सेस जिहड़े ने वो एक कंसिस्टेंटली लगातार डिकलाइन कर रहे हैं थल्ले नूं, मतलब डिक्रीज हो रहा है उहदा ग्राफ। तो थोड़ी वरीड आ, तो कहंदी मेरे नाल गल करदी ते मैनूं कहंदी भी, यू नो मॉम, आई वांट टू बी एस्ट्रोनॉट। वो कहंदी, आई एम सॉरी किड, योर मार्कशीट इज टेलिंग समथिंग एल्स एंड आई थिंक आई शुड बिलीव ऑन योर मार्कशीट नाउ। वो कहंदी, व्हाट आर यू टॉकिंग अबाउट? अंटिल नाउ अजे तक तू मैनू ये कहंदी रही कि यू कैन बिकम वट एवर यू वांट, एंड टुडे यू आर टेलिंग मी आई कैन नॉट बी दैट वट आई एम ड्रीमिंग एट वट आई वांट टू बी। वो कहंदी, यस। कहंदी, हाउ कम? कहो जी मॉम है तू? कहंदी, तेनों सच्ची गल दसां, फनी गल दसां। हुण जिहड़ी गल नूं देखना ध्यान दे नाल, मैं गल पूरी करके फिर मैं थोड़ी जी जिहड़ा एनालिसिस करदा। वो कहंदी, फनी चीज़ दसां तैनूं बेटा, कई बारी ना पेरेंट्स अपने बच्चों को खुश करने वास्ते बड़ा कुछ कह देंगे ने, एवं कह देंगे। सो इस करके हर चीज़ को सीरीयस नहीं लेना चाहिए। वो कहती भी हस भी जोर ला के। वो कहती हुण मैं तुहानूं काम की गल दसदी हां, जदों बच्चा एवें दी गल करदा है, तुहानूं पता आ बिहाइंड द सीन की चीज़ आ। तुहाडा हार्ट ऑलरेडी जिहड़ा हैगा टुट चुका आ। तुसीं बच्चे दी इस चीज़ नूं देखदे हो। हुण जिहड़ी अगला उसनूं एंक्शियस फील कराउणा है, उसनूं वरीड करना है, जो भी हुण तुसां करना है, क्योंकि तुहानूं कुदरत ने सिचुएशन संभालण वास्ते मौका दित्ता। बीइंग ए पेरेंट किवें संभालोगे? कहंदी हुण मैं जिहड़ी तुहानूं गल दस रही हां, इस गल नूं भी 12 साल हो गए ने, एंड शी इज़ डूइंग रियली फाइन, शी इज़ रियली गुड, she has really good career according to her own actually ability, and she is very happy। बड़ी मैनूं भी खुश रखदी, अपनी भी जिंदगी बड़ी खुशनुमा ओहदी, कोई ऐसा वो नहीं है। पर गल ये है कि जे उसे सिचुएशन नूं असीं थोड़ा जिहा ना पकड़ पाउंदे, गुरु ना इहदे च मदद करदा साडी। गुरु दसदा है तू क्यों घबराउणा है। असीं किन्नी वारी शब्द पढ़िया, तू काहे डोलै प्राणिया तुद राखेगा सिरजनहार। हुण आ शब्द साहब कहंदे गुरु जदों वड्डे भाग हुण मिलदा है ते उहदा एहसास ये हुंदा आ, ऐसा गुरु वड्ड भागी पाईए जित मिलिया प्रभ जापै राम। प्रभु जापदा आ, करन कराउण वाला जापदा आ। क्या जन्म जन्म के किलविख उतरै, जन्मां जन्मांतरां दे किलविख उतरदे ने। किलविख पापां नूं कह लवो भई कुछ कीते कर्मां दा प्रभाव ते है। जे मैं हुणे शुरुआत एग्जाम्पल्स कर रहा सीगा, इक्को फ्लोर ते इक्को टाइम सूई दे इक्को टाइम ते क्लिक करन दे नाल इक्को वार्ड दे जन्म हो रहा है। एक पासे इतना कुछ पैदाइश के नाल मिल रहा है, एक पासे सवाए चैलेंजिस तो कुछ भी नहीं मिल रहा। कुछ तो आ रहा नाल, कला यही नहीं, बंदे दी एबिलिटी, बंदे दे संस्कार, बहुत सारिया चीज़ां नाल कैरी करते हैं जिन्होंने असीं ट्रेड्स कहने हैं। पर यह है जे गुरु तरस करे, जिवें बेनती की कि बच्चे वो कहंदी कि लर्निंग डिसेबिलिटी तो है, कार्ड मेरे सामने है, वह दिल भी टुट रहा। पर हुण यह है जो गिवन सिचुएशन है, जो मौजूद है, वट एवर एक्चुअली वी हैव, वट एवर ग्राउंड वी हैव टू प्ले, दैन एक्चुअली साडे कोल होर या तो झोरा करी जाइए, जो मिले ग्राउंड उत्ते प्ले करते, रिजल्ट्स बड़े वधिया आए। यही गुरु ने सिखाया। तू घबराउणा क्यों है? इत्थे साहब ने कहा जदों तरस करदा जन्म जन्म के किलविख उतरै, माड़े तो माड़े पापां दे संस्कार जन्मां जन्मांतरां दे पए होए वो भी उतर जांदे ने। हर संत तूड़ी नित ना पै राम। संत तूड़ी मैटाफोर आ, किसी दी धूड़ी च नहाउणा, लिटरली तौर पर नहीं नहाउणा एवें करके मिट्टी पा के होना, ये नहीं हैगा। इत्थे इस नहाउण दा मतलब जानो। आते थोड़े समय दीयां गल्लां ने
ਤੁਹਾਨੂੰ ਟਾਰਕੋਲ ਦੇ ਬਣੇ ਹੋਏ ਰੋਡ ਦਿਸਦੇ ਨੇ ਤੇ ਚੀਜ਼ਾਂ ਦਿਸਦੀਆਂ ਨੇ। ਰਾਹ ਕੱਚੇ ਹੀ ਹੁੰਦੇ ਸੀ ਤੇ ਕੱਚੇ ਰਾਹਾਂ ਦੇ ਉੱਤੇ ਇੱਕ ਸ਼ਖਸ ਅੱਗੇ ਤੁਰਦਾ ਤੇ ਮਗਰ ਤੁਰੋਗੇ, ਕੀ ਹੋਏਗਾ? ਮਿੱਟੀ 'ਚ ਨਾ ਜਾਓਗੇ। ਮਤਲਬ ਅਗਲੇ ਦੀ ਜਿਹੜੀ ਹੈ ਪੈਰਾਂ ਦੀ ਧੂੜ, ਵਹੀਕਲ ਦੀ ਧੂੜ, ਘੋੜਾ ਗੱਡਾ ਜੋ ਵੀ ਚੱਲਦਾ ਉਹਦੀ ਪਿੱਛੇ ਪਏਗੀ। ਬੰਦਾ ਕਹਿੰਦਾ ਮੈਂ ਪਿਛਲੱਗ ਨਹੀਂ ਬਣਨਾ, ਮੈਂ ਤੇ ਦੂਜਿਆਂ ਤੋਂ ਵੱਖਰਾ ਹੋ ਕੇ ਇਕੱਲੇ ਹੀ ਜਾਣਾ, ਮੈਂ ਦੂਜੇ ਦੀ ਮਿੱਟੀ ਆਪਣੇ ਤੇ ਕਿਉਂ ਪਵਾਵਾਂ? ਭਾਈ ਜਿਹਨੂੰ ਰਾਹ ਦਾ ਪਤਾ ਹੋਏ ਉਹਨੂੰ ਅੱਗੇ ਲਾ ਲਓ, ਉਹਦੀ ਮਿੱਟੀ ਵੀ ਸ਼ੋਭਨੀਕ ਹੈ, ਕਿਉਂਕਿ ਉਹ ਰਾਹ ਵਿਖਾ ਰਿਹਾ, ਕਿਉਂਕਿ ਉਹਦੀ ਜਿਹੜੀ ਮਿੱਟੀ ਪੈਣੀ। ਇਸ ਕਰਕੇ ਸਾਹਿਬ ਨੇ ਬਿਆਨ ਕੀਤਾ, ਇਹੋ ਜਿਹੇ ਸੰਤ ਜਨਾਂ ਦੀ ਧੂੜ ਮੇਰੇ ਉੱਤੇ ਪੈਂਦੀ ਰਹੇ, ਮੈਂ ਨਹਾ ਲਵਾਂ, ਮੈਂ ਇਹੋ ਜਿਹਿਆਂ ਦਾ ਪੱਲਾ ਫੜਾਂ ਜਿਹੜੇ ਮੈਨੂੰ ਸਹੀ ਰਾਹ ਵਾਸਤੇ ਲੈ ਕੇ ਜਾਣ। ਅਗਲਾ ਬਚਨ ਲਿਖਿਆ, ਹਰ ਧੂੜੀ ਨਾ ਆਈ ਹੈ ਪ੍ਰਭੂ ਤੇ ਆਈ ਹੈ, ਬਹੁੜ ਜੋਨ ਨਾ ਆਈ ਹੈ। ਸਾਲਵੇਸ਼ਨ, ਕਲਿਆਣ ਹੋ ਜਾਏਗਾ, ਜੀਵਨ ਮੁਕਤ ਹੋ ਜਾਓਗੇ, ਇਸ ਜਨਮ ਮਰਨ ਦੇ ਗੇੜ ਤੋਂ ਵੀ ਬਾਹਰ ਆ ਜਾਓਗੇ। ਗੁਰਚਰਨੀ ਲਾਗੇ ਭ੍ਰਮ ਭਉ ਭਾਗੇ, ਮਨ ਚਿੰਦਿਆ ਫਲ ਪਾਇਆ। ਜਿਹੜੇ ਗੁਰੂ ਦੇ ਚਰਨ ਫੜ ਲਏ ਜਿਨ੍ਹਾਂ ਨੇ, ਇਸ ਰਾਹ ਤੇ ਤੁਰ ਪਏ, ਸਭ ਬਿਆਨ ਕਰਦੇ ਮਨ ਚਿੰਦਿਆ ਫਲ ਪਾਇਆ, ਜੋ ਮਨ ਨੇ ਚਾਹਿਆ ਉਹ ਫਲ ਪ੍ਰਾਪਤ ਹੋ ਗਿਆ। ਤੇ ਇਹ ਵੀ ਕੋਈ ਦੇ ਸ਼ੱਕ ਵਾਲੀ ਗੱਲ ਨਹੀਂ ਹੈ। ਮਨ ਨਾ ਹੈ ਸ਼ਕਤੀ ਦਾ। ਜਿਤਨੇ ਤੁਸੀਂ ਆਪਣੇ ਵਿਸ਼ਵਾਸ ਦੇ ਪਰਪੱਕ ਹੋ ਜਾਓਗੇ, ਆਪਣੇ ਗੁਰੂ ਤੇ ਰੱਬ ਦੇ ਉਸ ਹੁਕਮ ਨੂੰ ਸਮਝਣ ਦੇ ਕਾਬਲ ਹੋ ਜਾਓਗੇ, ਦੁਨੀਆ ਸਾਰੀ ਤੁਹਾਨੂੰ ਨਵਾਜਣ ਵਾਸਤੇ ਤਿਆਰ ਬੈਠੀ ਹੈ। ਉਹਦੀ ਬਾਤ ਹੋ ਰਹੀ ਹੈ। ਅਗਲੀਆਂ ਲਾਈਨਾਂ ਨੇ, ਹਰ ਗੁਣ ਨਿਤ ਗਾਏ ਨਾਮ ਧਿਆਏ, ਫਿਰ ਸੋਗ ਨਾ ਹੀ ਸੰਤਾਪੈ। ਇਹ ਤੇ ਗੁਰੂ ਸਾਹਿਬ ਬਹੁਤ ਐਮਫਸਾਈਜ਼ ਕਰਦੇ ਨੇ, ਹਰ ਗੁਣ ਨਿਤ ਗਾਏ, ਕਿਉਂਕਿ ਜੀਵਨ ਜਿਹੜਾ ਹੈ ਇਹ ਮੁਜੱਸਮਾ ਹੈ ਗੁਣਾ ਜਾਂ ਔਗੁਣਾ ਦਾ। ਸਾਡੀਆਂ ਆਦਤਾਂ, ਸਾਡੇ ਕਰਮ, ਸਾਡਾ ਬੋਲ ਬਾਣੀ, ਸਾਡਾ ਸਭ ਲਹਿਜਾ, ਇਹ ਕਿਸੇ ਨਾ ਕਿਸੇ ਚੋਇਸ ਤੇ ਖੜਾ ਹੈ, ਗੁਣ ਜਾਂ ਔਗੁਣ ਦੀ। ਔਗੁਣਾ ਦੀ ਚੋਇਸ ਇਹ ਤਬਾਹ ਕੁਨ ਹੈ, ਗੁਣਾ ਦੀ ਚੋਇਸ ਇਹ ਬਚਾ ਲੈਂਦੀ ਹੈ। ਸੋ ਸਾਹਿਬ ਬਿਆਨ ਕਰਦੇ, ਹਰ ਗੁਣ ਨਿਤ ਗਾਏ ਨਾਮ ਧਿਆਏ, ਫਿਰ ਸੋਗ ਨਾ ਹੀ ਸੰਤਾਪੈ। ਸੋਗ ਕਾਹਦਾ ਹੋਏਗਾ, ਸੰਤਾਪ ਕਾਹਦਾ ਹੋਏਗਾ? ਮਾੜਾ ਕਰਨ ਦਾ। ਜਦੋਂ ਸੁਰਤ 'ਚ ਹੀ ਮਾੜਾ ਨਹੀਂ, ਮਾੜਾ ਕਰਨ ਦੀ ਇੱਛਾ ਹੀ ਨਹੀਂ, ਖਾਹਸ਼ ਹੀ ਨਹੀਂ, ਜਦੋਂ ਉਸ ਪਾਸੇ ਜਾਣਾ ਹੀ ਨਹੀਂ, ਫਿਰ ਭਾਈ ਉਹ ਮਾੜੇ ਸਿੱਟੇ ਤੇਰੇ ਜੀਵਨ 'ਚ ਆਉਣਗੇ ਹੀ ਨਹੀਂ, ਉਹਦਾ ਤੈਨੂੰ ਫਲ ਭੁਗਤਣਾ ਹੀ ਨਹੀਂ ਪਏਗਾ। ਬਿਲਕੁਲ ਅੰਤਰੀ ਲਾਈਨ ਇਸ ਪਾਵਨ ਪਦੇ ਦੀ ਸਾਹਿਬ ਨੇ ਜਿਹੜੀ ਬਿਆਨ ਕੀਤਾ ਹੈ। ਸਭ ਜ਼ਿਕਰ ਕਰਦੇ ਕਿ ਨਾਨਕ ਸੋ ਪ੍ਰਭ ਜੀ ਕਾ ਦਾਤਾ, ਪੂਰਾ ਜਿਸ ਪ੍ਰਤਾਪ ਹੈ, ਜਿਹਦਾ ਪ੍ਰਤਾਪ ਪੂਰਾ ਹੈ ਹਰ ਵਕਤ, ਉਹ ਜੀ ਕਾ ਦਾਤਾ ਹੈ। ਜੀ ਕਾ ਦਾਤਾ ਮਤਲਬ ਹੈ ਜੀਵਨ ਦਾਤਾ। ਇੱਕ ਤੇ ਹੈ ਐਜ਼ ਏ ਹਿਊਮਨ ਕ੍ਰੀਚਰ ਅਸੀਂ ਤੁਰੇ ਫਿਰਦੇ ਹਾਂ, ਤੇ ਉਹ ਬੰਦਾ ਜਿਹਦੇ ਕੋਲ ਮਨੁੱਖਾ ਜੀਵਨ ਤੇ ਹੈ ਪਰ ਜੀਵਨ ਦੀ ਸਮਝ ਕੋਈ ਨਹੀਂ ਗੀ, ਉਹ ਕੋਈ ਜਿਉਂਦਾ ਨਹੀਂ ਗਾ। ਜੀ ਕਾ ਦਾਤਾ ਸਾਨੂੰ ਜਿਉਣ ਦੀ ਸਮਝ ਦਿੰਦਾ ਆ। ਬੰਦਾ ਜਿੰਨੇ ਵੀ ਸਾਲ ਜੀਏ ਧਰਤੀ ਦੇ ਉੱਤੇ, ਜਿਸ ਸਮੇਂ 'ਚੋਂ ਹੁਣ ਲੰਘ ਰਿਹਾ, ਲਾਈਫ ਐਕਸਪੈਕਟੈਂਸੀ ਜਿਹੜੀ ਹੈ ਨਾ, ਹੁਣ ਤੱਕ ਤੇ ਬੜੀਆਂ ਦੱਸੀਆਂ ਜਾਂਦੀਆਂ ਸੀ ਗੱਲਾਂ ਕਿ ਐਵਰੇਜ ਲਾਈਫ ਬੜੀ ਵੱਧ ਗਈ ਹੈ, ਸਾਰਾ ਕੁਛ ਇਟਸ ਡਿਕਲਾਈਨਿੰਗ ਵੈਰੀ ਸ਼ਾਰਪਨ ਵੇ। ਇਹ ਸੱਚ ਹੈ, ਤੇ ਇਹਦੇ 'ਚ ਕੋਈ ਹੋਰ ਨਹੀਂ, ਸਾਡਾ ਆਪਣਾ ਹੀ ਫਾਲਟ ਆ। ਅਜੇ ਤੇ ਕੈਂਸਰ ਦਾ ਡਾਟਾ ਆਉਣਾ ਹੈ, COVID-19 ਕਰਕੇ ਆਇਆ ਨਹੀਂਗਾ। ਤੁਹਾਨੂੰ ਪਤਾ ਲੱਗੇਗਾ ਕਿ ਕਿਸ ਲੈਵਲ ਤੇ ਜਿਹੜਾ ਹੈਗਾ ਉਹ ਚੜ ਗਿਆ ਰੌਕਟ ਹਾਈ ਸਪੀਡ ਦੇ ਉੱਤੇ। ਅਜੇ ਹੋਰ ਬਹੁਤ ਸਾਰੇ ਇਸ਼ੂਜ਼ ਆਉਣੇ। ਸੋ ਇਸ ਕਰਕੇ ਹੈ, ਜਿੰਨਾ ਵੀ ਜੀਵਨ ਮਿਲਿਆ ਇਹਨੂੰ ਜੀਵਨ ਨੂੰ ਮਾਣੀਏ, ਜੀਏ, ਇਹਨੂੰ ਹੰਡਾਈਏ, ਨਾ ਕਿ ਬਸ ਐਵੇਂ ਜੂਨ ਕੱਟੀ ਕਰਕੇ ਤੁਰ ਜਾਈਏ। ਇਹਦੇ ਲਈ ਗੁਰੂ ਮਦਦ ਕਰਦਾ ਹੈ। ਸਾਹਿਬ ਰਹਿਮਤ ਕਰਨੇ ਨਾਲ ਵੀ ਵਾਕਿਆ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਅਗਲੇ 2 ਪਦਿਆਂ ਦੇ ਵਿੱਚ ਇਹਦੀ ਰਿਫਲੈਕਸ਼ਨ ਅੱਗੇ ਹੋਰ ਹੈ, ਜਿਹਦੀ ਬਾਤ ਆਉਂਦੇ ਸਮੇਂ ਵਾਸਤੇ ਉਦੋਂ ਕਰਾਂਗੇ। ਇੱਕ ਵਾਰ ਫਿਰ ਉਹਨਾਂ ਕਿਰਸਾਨ ਮਾਈ ਭਾਈ ਦੀ ਜੋ ਆਪਣੇ ਹੱਕਾਂ ਹਕੂਕਾਂ ਲਈ ਜੂਝ ਰਹੇ ਨੇ, ਭਾਈ ਉਹਨਾਂ ਦੀ ਚੜ੍ਹਦੀ ਕਲਾ ਤੇ ਸਫਲਤਾ ਦੀ ਦਿਲੀ ਅਰਦਾਸ ਦੇ ਨਾਲ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।